ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ। 6ਵੇਂ ਕਾਂਡ ਦਾ 11ਵਾਂ ਭਾਗ ਮਾਰੈ ਰਾਖੈ ਏਕੋ ਆਪ। 12ਵਾਂ ਭਾਗ ਨਿੰਦਿਆ ਅਤੇ 13ਵਾਂ ਭਾਗ ਨਿੰਦਿਆ ਪਦ ਦੇ ਗੁਰਮਤਿ ਅਨੁਸਾਰ ਅਰਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਪੰਨਾ 281। ਬਿਨ ਭਗਵੰਤ ਨਾਹੀ ਅਨ ਕੋਇ, ਮਾਰੈ ਰਾਖੈ ਏਕੋ ਸੋਇ ਰਹਾਉ। ਪੰਨਾ 192। ਆਪੇ ਮਾਰ ਜਿਵਾਏ ਦਾ ਪਿਆਰਾ, ਸ਼ਾਹ ਲੈਂਦੇ ਸਭ ਲਵਾਇਆ। ਪੰਨਾ 605। ਕਹਿਤ ਨਾਨਕ ਮਾਰ ਜਿਵਾਲੇ ਸੋਏ, ਐਸਾ ਬੂਝੋ ਭਰਮ ਨਾ ਭੂਲੋ ਕੋਇ। ਪੰਨਾ 1128। ਅਤੇ ਹਰ ਬਿਨ ਕੋ ਮਾਰ ਜਿਵਾਲ ਨਾ ਸਾਕੈ, ਤਾਂ ਮੇਰੇ ਮਨ ਕਾਇਤ ਕੜੀਐ ਰਹਾਉ। ਪੰਨਾ 861। ਨਾਨਕ ਨਿਰੰਕਾਰੀ ਜੀ ਤਾਂ ਆਏ ਹੀ ਮਨੁੱਖ ਨੂੰ ਪ੍ਰਭੂ ਦੇ ਭਾਣੇ ਵਿੱਚ ਰਹਿਣ ਦੀ ਜਾਚ ਦੱਸਣ ਸਨ। ਉਹਨਾਂ ਬਾਰੇ ਅਥਵਾ ਉਹਨਾਂ ਦੇ ਨਿਕਟਵਰਤੀ ਕਿਸੇ ਸਿੱਖ ਬਾਰੇ ਮਨ ਵਿੱਚ ਅਜਿਹਾ ਵਿਚਾਰ ਆਉਣ ਦੇਣਾ ਵੀ ਠੀਕ ਕਿਵੇਂ ਮੰਨ ਲਿਆ ਜਾਵੇ ਕਿ ਉਹਨਾਂ ਨੇ ਸਿੱਧਾਂ ਦੇ ਮੁਕਾਬਲੇ ਆਪਣੇ ਆਪ ਨੂੰ ਵੱਧ ਸ਼ਕਤੀਆਂ ਵਾਲੇ ਦਰਸਾਉਣ ਲਈ ਜਾਂ ਇਸ ਢੰਗ ਨਾਲ ਸਿੱਧਾਂ ਦਾ ਹੰਕਾਰ ਹੀ ਭੰਨਣ ਲਈ ਕੁਦਰਤੀ ਮਰੇ ਹੋਏ ਕਿਸੇ ਪੰਛੀ ਨੂੰ ਸੁਰਜੀਤ ਕਰਕੇ ਰੱਬੀ ਹੁਕਮ ਦੀ ਉਲੰਘਣਾ ਕੀਤੀ ਹੋਵੇਗੀ। ਅਤੇ ਫਿਰ ਇਹ ਵੀ ਮੰਨਣ ਯੋਗ ਗੱਲ ਨਹੀਂ ਹੈ ਕਿ ਗੁਰਮੁਖ ਪਿਆਰੇ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਦਸ਼ਮੇਸ਼ ਜੀ ਦੇ ਸਭ ਤੋਂ ਵੱਧ ਭਰੋਸੇ ਵਾਲੇ ਉੱਚ ਕੋਟੀ ਦੇ ਵਿਦਵਾਨ ਕਵੀ ਗੁਰਮੁਖ ਪਿਆਰੇ ਭਾਈ ਨੰਦ ਲਾਲ ਸਾਹਿਬ ਦੀ ਫਾਰਸੀ ਬੋਲੀ ਵਿੱਚ ਲਿਖੀ ਪੁਸਤਕ ਤੌਸੀਫੋਸਨਾ ਵਿਚਲੀ ਹੇਠ ਲਿਖੇ ਅਰਥਾਂ ਵਾਲੀ ਫਾਰਸੀ ਲਿਖਤ ਦਾ ਪਤਾ ਨਾ ਹੋਵੇਗਾ। ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਨੇ ਹੁਕਮ ਦਿੱਤਾ ਕਿ ਤੂੰ ਸੰਸਾਰ ਵਿੱਚ ਲੋਕਾਂ ਨੂੰ ਮੇਰੇ ਸਿਮਰਨ ਦਾ ਰਸਤਾ ਵਿਖਾ ਅਤੇ ਮੇਰੀ ਸਿਫਤ ਸਲਾਹ ਦੀ ਕੀਰਤੀ ਸਭ ਨੂੰ ਸੁਣਾ। ਤੂੰ ਸਾਰੀ ਦੁਨੀਆ ਦਾ ਰਹਿਬਰ ਹੋ ਅਤੇ ਯਕੀਨ ਦਿਵਾ ਕਿ ਇਹ ਤੁੱਛ ਸੰਸਾਰ ਮੈਥੋਂ ਬਿਨਾਂ ਇੱਕ ਜੌਂ ਦੇ ਮੁੱਲ ਦਾ ਵੀ ਨਹੀਂ। ਮੈਨੂੰ ਭੁੱਲ ਕੇ ਸੰਸਾਰ ਗੁੰਮਰਾਹ ਹੋ ਗਿਆ ਹੈ ਅਤੇ ਪੰਡਤ ਪਖੰਡੀ ਬਣ ਬੈਠੇ ਹਨ। ਜੇ ਇਹ ਚੇਟਕੀ ਮੁਰਦਿਆਂ ਨੂੰ ਜੀਵਨ ਦੇਣ ਅਤੇ ਜੀਵਦਿਆਂ ਨੂੰ ਮਾਰਨ ਦੀ ਸ਼ਕਤੀ ਰੱਖਣ ਅਤੇ ਅਣਹੋਣੀ ਨੂੰ ਹੋਈ ਕਰ ਵਿਖਾਲਣ ਜਾਂ ਕੁਦਰਤ ਦੀ ਰਚਨਾ ਨੂੰ ਪਲਟ ਦੇਣ, ਤਦ ਵੀ ਆਤਮਦਰਸ਼ੀ ਅਤੇ ਪਵਿੱਤਰ ਆਤਮਾ ਨਹੀਂ ਕਹੇ ਜਾ ਸਕਦੇ, ਸਗੋਂ ਅਜਿਹੇ ਲੋਕ ਕੇਵਲ ਚੇਟਕੀ ਅਰ ਪਖੰਡੀ ਸੱਦੇ ਜਾਂਦੇ ਹਨ। ਤੂੰ ਉਹਨਾਂ ਨੂੰ ਮੇਰਾ ਮਾਰਗ ਵਿਖਾ, ਜਿਸ ਕਰਕੇ ਉਹ ਮੇਰੇ ਹੁਕਮ ਨੂੰ ਸੁਣਨ ਅਤੇ ਧਾਰਨ ਅਤੇ ਮੇਰੇ ਨਾਮ ਨੂੰ ਛੱਡ ਕੇ ਹੋਰ ਕਿਸੇ ਦੇ ਫਰੇਬ ਵਿੱਚ ਨਾ ਫਸਣ ਅਤੇ ਮੇਰੇ ਦਰ ਨੂੰ ਛੱਡ ਕੇ ਹੋਰ ਕਿਸੇ ਵੱਲ ਨਾ ਜਾਣ। ਪੰਨਾ 440। ਇਹ ਸਭ ਕੁਝ ਦੇ ਹੁੰਦਿਆਂ ਵੀ ਜੇ ਭਾਈ ਸਾਹਿਬ ਜੀ ਨੇ ਕਰਾਮਾਤਾਂ ਦੁਆਰਾ ਸਤਿਗੁਰਾਂ ਦੀ ਸ਼ੋਭਾ ਵਧਾਈ ਹੈ, ਤਾਂ ਇਸ ਵਿੱਚ ਵੀ ਸ਼ਾਇਦ ਕੋਈ ਅਜਿਹਾ ਭੇਦ ਹੋਵੇਗਾ ਜੋ ਦਾਸ ਦੀ ਅਲਪ ਬੁੱਧੀ ਦੀ ਪਕੜ ਵਿੱਚ ਨਹੀਂ ਆ ਰਿਹਾ। ਭਾਈ ਸਾਹਿਬ ਜੀ ਦੀ ਸੁਹਿਰਦਤਾ 'ਤੇ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਲਿਖਾਰੀ ਭਾਵੇਂ ਕੁਝ ਲਿਖੀ ਜਾਣ, ਪਰ ਅਸਲੀ ਗੱਲ ਇਹੋ ਹੈ ਕਿ ਗੁਰਦੇਵ ਦੇ ਸੱਚ ਦੇ ਪ੍ਰਚਾਰ ਕਾਰਨ ਬ੍ਰਾਹਮਣੀ ਭਰਮਜਾਲ ਖੇਰੂ ਹੋ ਰਿਹਾ ਸੀ, ਜਿਸ ਤੋਂ ਚਿੜ ਕੇ ਪੁਰੋਹਿਤ ਨੇ ਸਿੱਖੀ ਦੇ ਨਿਆਰੇ ਸਿਧਾਂਤ ਨੂੰ ਦੂਸ਼ਿਤ ਕਰਨ ਵਾਸਤੇ ਪਹਿਲਾਂ ਗੁਰਬਾਣੀ ਵਿੱਚ ਰਲਾ ਪਾਉਣਾ ਆਰੰਭਿਆ। ਪਰ ਸੁਜਾਨ ਅਤੇ ਸੁਚੇਤ ਗੁਰੂ ਜੀ ਨੇ ਛੇਤੀ ਹੀ ਪੜਤਾਲ ਕਰਕੇ ਕੱਚੀ ਬਾਣੀ ਕੱਢ ਕੇ ਅਸਲੀ ਗੁਰੂ ਨਾਨਕ ਬਾਣੀ ਸੁਰੱਖਿਅਤ ਕਰ ਲਈ। ਗੁਰੂ ਇਤਿਹਾਸ ਅਥਵਾ ਸਿੱਖ ਇਤਿਹਾਸ ਵਿੱਚ ਰਲਾ ਪਾਉਣ ਦਾ ਮੌਕਾ ਬ੍ਰਾਹਮਣ ਦੇ ਹੱਥ ਸੋਹਣਾ ਆਉਂਦਾ ਰਿਹਾ। ਭਾਈ ਸੰਤੋਖ ਸਿੰਘ ਜੀ ਦਾ ਓਲਾ ਬਣਾ ਕੇ ਗੁਰਪ੍ਰਤਾਪ ਸੂਰਜ ਗ੍ਰੰਥ ਰਾਹੀਂ ਅਤੇ ਦਸ਼ਮੇਸ਼ ਜੀ ਦੇ ਲਿਖਣ ਦਾ ਭਰਮ ਬਣਾ ਕੇ ਦਸਮ ਗ੍ਰੰਥ ਰਾਹੀਂ ਕਈ ਢੰਗਾਂ ਨਾਲ ਬ੍ਰਾਹਮਣੀ ਰੀਤਾਂ ਗੁਰਮਤਿ ਵਿੱਚ ਲਿਆ ਵਾੜੀਆਂ। ਕੁਝ ਪਏ ਆਖੀਏ ਸਿੱਖ ਨੂੰ ਗੁਰਮਤਿ ਦੇ ਨਿਆਰੇ ਗਿਆਨ ਤੋਂ ਅਵੇਸਲਾ ਕਰਕੇ ਮਾਇਆ ਨਾਲ ਅਥਵਾ ਝੂਠ ਨਾਲ ਜੋੜਨ ਵਾਲੀਆਂ ਉਸੇ ਤਰ੍ਹਾਂ ਦੀਆਂ ਕਥਾ ਕਹਾਣੀਆਂ ਵਿਦਵਾਨ ਬ੍ਰਾਹਮਣ ਨੇ ਸਿੱਖ ਇਤਿਹਾਸ ਵਿੱਚ ਰਲਾ ਦਿੱਤੀਆਂ ਸਨ, ਜਿਹੋ ਜਿਹੀਆਂ ਉਸਨੇ ਪੁਰਾਣਾਂ ਵਿੱਚ ਲਿਖ ਕੇ ਮਨੁੱਖ ਨੂੰ ਝੂਠੇ ਮਾਇਆ ਜਾਲ ਵਿੱਚ ਫਸਾਇਆ ਸੀ। ਕਿੱਡੀ ਅਚਰਜਤਾ ਵਾਲੀ ਗੱਲ ਹੈ ਕਿ ਜਿਨ੍ਹਾਂ ਦੋ ਗੁਰੂ ਸਾਹਿਬਾਨ ਦਾ ਨਾਮ ਗੋਬਿੰਦ
ਹਰਗੋਬਿੰਦ ਅਤੇ ਗੋਬਿੰਦ ਰਾਏ ਰੱਖਿਆ ਗਿਆ ਸੀ। ਸਿਰਫ ਉਹਨਾਂ ਦੇ ਬਚਪਨ ਦੇ ਇਤਿਹਾਸ ਵਿੱਚ ਹੀ ਕ੍ਰਿਸ਼ਨ ਗੋਬਿੰਦ ਦੇ ਬਚਪਨ ਦੀ ਲੀਲਾ ਵਰਗੇ ਕਰਾਮਾਤੀ ਕੌਤਕਾਂ ਦੀਆਂ ਸਾਖੀਆਂ ਮਿਲਦੀਆਂ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਲ ਉਮਰਾਂ ਨਾਲ ਉਸੇ ਤਰ੍ਹਾਂ ਦੇ ਜਾਨਲੇਵਾ ਯਤਨਾਂ ਦੀਆਂ ਕਹਾਣੀਆਂ ਆ ਜੁੜੀਆਂ ਜੋ ਕ੍ਰਿਸ਼ਨ ਜੀ ਦੀ ਜਾਨ ਲੈਣ ਬਾਰੇ ਕੰਸ ਦੇ ਸਿਰ ਮੜੀਆਂ ਹੋਈਆਂ ਸਨ। ਸਿਰਫ ਜਾਨ ਲੈ ਸਕਣ ਵਾਲੇ ਡਰਾਮੇ ਛੱਡ ਕੇ ਥੋੜ੍ਹੇ ਜਿਹੇ ਸੰਕੋਚ ਨਾਲ ਗੁਰੂ ਗੋਬਿੰਦ ਰਾਏ ਸਾਹਿਬ ਜੀ ਦੇ ਬਾਲ ਉਮਰਾਂ ਦੇ ਕੌਤਕ ਤੇ ਖੇਡਾਂ ਵੀ ਲਗਭਗ ਕ੍ਰਿਸ਼ਨ ਜੀ ਦੀ ਬਾਲ ਲੀਲਾ ਵਰਗੀਆਂ ਹੀ ਦਰਸਾ ਦਿੱਤੀਆਂ ਗਈਆਂ। ਜਿਵੇਂ ਬੀਬੀਆਂ ਦੇ ਘੜੇ ਭੰਨਣ ਵਾਲੀਆਂ, ਸਾਥੀਆਂ ਨਾਲ ਖੇਡਣ ਸਮੇਂ ਮੱਖਣ ਦੀ ਥਾਂ ਸ਼ਿਵਦੱਤ ਦੇ ਮੰਦਰ ਤੋਂ ਪ੍ਰਸ਼ਾਦ ਚੁਰਾ ਲੈਣ ਵਾਲੀਆਂ ਅਤੇ ਜਮਨਾ ਦੇ ਥਾਂ ਗੰਗਾ ਵਿੱਚ ਛਾਲਾਂ ਮਾਰਨੀਆਂ ਆਦਿ। ਅਜਿਹਾ ਸਭ ਕੁਝ ਕਿਸ ਕਾਰਨ ਵਾਪਰਿਆ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਵਿੱਚ ਮੁਰਦੇ ਸੁਰਜੀਤ ਕਰ ਸਕਣ ਦੀ ਕਰਾਮਾਤ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ। ਬਾਬਾ ਅਟੱਲ ਜੀ ਦੇ ਸੱਪ ਲੜ ਕੇ ਮੁਰਦਾ ਹੋ ਚੁੱਕੇ ਆਪਣੇ ਸਾਥੀ ਮੋਹਨ ਜੀ ਨੂੰ ਸੁਰਜੀਤ ਕਰਨ ਦੀ ਅਤੇ ਬਾਬਾ ਗੁਰਦਿੱਤਾ ਜੀ ਦੇ ਮੁਰਦਾ ਗਊ ਨੂੰ ਸੁਰਜੀਤ ਕਰ ਦੇਣ ਦੀ ਸਾਖੀ ਇਤਿਹਾਸ ਵਿੱਚ ਮਿਲਦੀ ਹੈ। ਇਸ ਦਾ ਠੀਕ ਨਿਰਣਾ ਕੌਣ ਕਰੇ ਕਿ ਕੀ ਕਿਤੇ ਗੁਰੂ ਇਤਿਹਾਸ ਵਿੱਚ ਇਹ ਕੁਝ ਵੀ ਉਸੇ ਬ੍ਰਾਹਮਣ ਨੇ ਹੀ ਤਾਂ ਨਹੀਂ ਲਿਆ ਵਾੜਿਆ ਹੋਇਆ ਜਿਸ ਨੇ ਸ੍ਰੀ ਕ੍ਰਿਸ਼ਨ ਜੀ ਦੀ ਔਲਾਦ ਬੜੀਆਂ ਕਰਾਮਾਤਾਂ ਦੀ ਮਾਲਕ ਦਰਸਾਈ ਹੋਈ ਹੈ। ਅੱਗ ਅਤੇ ਪਾਣੀ ਦੇ ਸਖਤ ਤਸੀਹੇ ਝੱਲ ਕੇ ਸ਼ਹੀਦੀ ਪਾ ਲੈਣ ਵਾਲੇ ਪੰਚਮ ਪਾਤਸ਼ਾਹ ਨੇ ਕਰਾਮਾਤ ਦੀ ਗੱਲ ਕਰਨ ਵਾਲੇ ਪੀਰ ਮੀਆਂ ਮੀਰ ਨੂੰ ਵੀ ਸਬਰ ਸ਼ੁਕਰ ਵਿੱਚ ਵਿਚਰਦਿਆਂ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਹੀ ਉਪਦੇਸ਼ ਦਿੱਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਕਈ ਦਿਨ ਤੱਕ ਕਿੱਲਾਂ ਵਾਲੇ ਪਿੰਜਰੇ ਵਿੱਚ ਭਾਰੀ ਦੁਖਦਾਈ ਹਾਲਤ ਵਿੱਚ ਰਹਿ ਕੇ ਖਿੜੇ ਮੱਥੇ ਸ਼ਹੀਦ ਹੋ ਗਏ ਸਨ, ਪਰ ਕਿਸੇ ਜ਼ਾਲਮ ਨੂੰ ਵੱਧ ਅਸੀਸ ਤੱਕ ਨਾ ਦਿੱਤੀ। ਕਲਗੀਧਰ ਜੀ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ। ਉਹਨਾਂ ਦੇ ਵੱਡੇ ਸਾਹਿਬਜ਼ਾਦੇ ਉਹਨਾਂ ਦੇ ਸਾਹਮਣੇ ਸ਼ਹੀਦ ਕਰ ਦਿੱਤੇ ਗਏ। ਪਰਮ ਸਤਿਕਾਰਯੋਗ ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਸਖਤ ਮੁਸੀਬਤਾਂ ਸਹਾਰ ਕੇ ਸ਼ਹੀਦੀਆਂ ਪਾ ਗਏ। ਗੁਰਦੇਵ ਜੀ ਆਪ ਨੰਗੇ ਪੈਰੀਂ ਸਖਤ ਠੰਡੀ ਅਤੇ ਹਨੇਰੀ ਰਾਤ ਵਿੱਚ ਕੰਡਿਆਂ ਨਾਲ ਭਰੇ ਜੰਗਲਾਂ ਵਿੱਚ ਦੀ ਲੰਘਦੇ ਹੋਏ ਕੰਡਿਆਂ ਦੇ ਜ਼ਖਮ, ਸਖਤ ਥਕਾਵਟ, ਕਈ ਦਿਨਾਂ ਦੀ ਭੁੱਖ ਸਹਾਰਦੇ ਰਹੇ। ਫਿਰ ਮਾਛੀਵਾੜੇ ਤੋਂ ਬਾਹਰ ਵੈਰੀਆਂ ਦੇ ਸਖਤ ਘੇਰੇ ਵਿੱਚੋਂ ਬਚ ਕੇ ਨਿਕਲਣ ਵਾਸਤੇ ਨੀਲੇ ਕੱਪੜੇ ਰੰਗ ਕੇ ਭੇਸ ਵਟਾਇਆ, ਪਰ ਕਿਸੇ ਥਾਂ ਕੋਈ ਕਰਾਮਾਤ ਨਾ ਵਰਤੀ। ਆਪਣੇ ਪਾਵਨ ਸਰੀਰ ਉੱਤੇ ਮਾਰੂ ਵਾਰ ਕਰਨ ਵਾਲਿਆਂ ਨੂੰ ਵੀ ਕਿਸੇ ਕਰਾਮਾਤੀ ਸ਼ਕਤੀ ਨਾਲ ਨਹੀਂ ਮਾਰਿਆ। ਬਹਾਦਰ ਸ਼ਾਹ ਦੇ ਦਰਬਾਰ ਵਿੱਚ ਕਰਾਮਾਤ ਦਿਖਾਉਣ ਲਈ ਆਖਣ ਵਾਲੇ ਮੌਲਾਣੇ ਨੂੰ ਵੀ ਮਾਇਆ ਦੀ, ਬਾਦਸ਼ਾਹੀ ਤਾਕਤ ਦੀ ਅਤੇ ਤਲਵਾਰ ਦੀ ਸ਼ਕਤੀ ਨੂੰ ਹੀ ਕਰਾਮਾਤ ਦੱਸਿਆ। ਸਿੰਘਾਂ ਸਿੰਘਣੀਆਂ ਦਾ ਇਤਿਹਾਸ ਅਸਹਿ ਅਤੇ ਅਕਹਿ ਤਸੀਹੇ ਸਹਾਰਨ ਉਪਰੰਤ ਬੇਅੰਤ ਸ਼ਹੀਦੀਆਂ ਪਾ ਜਾਣ ਵਾਲੇ ਦਿਲ ਕੰਬਾਊ ਸਾਕਿਆਂ ਨਾਲ ਭਰਿਆ ਪਿਆ ਹੈ। ਘੱਲੂ ਘਾਰਿਆਂ ਵਿੱਚ ਬੱਚਿਆਂ ਬਿਰਧਾਂ ਸਮੇਤ ਹਜ਼ਾਰਾਂ ਸਿੰਘ ਪਰਿਵਾਰ ਕੁਰਬਾਨ ਹੋ ਗਏ। ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਉਹਨਾਂ ਦੀ ਸਹਾਇਤਾ ਕਿਸੇ ਕਰਾਮਾਤੀ ਢੰਗ ਨਾਲ ਬਿਲਕੁਲ ਨਹੀਂ ਕੀਤੀ। ਅੱਜ ਜਿਹੜੇ ਡੇਰੇਦਾਰ ਅਥਵਾ ਬ੍ਰਾਹਮਣ ਦੇ ਚੇਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਔਖੀ ਅਤੇ ਮਨੁੱਖੀ ਸਮਝ ਤੋਂ ਪਰੇ ਦੀ ਗੱਲ ਦੱਸਦੇ ਹਨ, ਗੁਰੂ ਦੇ ਗਿਆਨ ਨੂੰ ਸਮਝ ਕੇ ਉਸ ਅਨੁਸਾਰ ਆਪਣਾ ਆਚਰਣ ਅਤੇ ਮਰਜ਼ਾਦਾ ਬਣਾ ਲੈਣ ਨੂੰ ਬੇਲੋੜਾ ਦੱਸਦੇ ਹਨ ਅਤੇ ਕਿਸੇ ਦੁਖਿਆਰੇ ਦੀ ਅਥਵਾ ਪੰਥ ਦੀ ਸਹਾਇਤਾ ਗੁਰੂ ਸਾਹਿਬ ਦੀ ਕਿਸੇ ਕਰਾਮਾਤੀ ਸ਼ਕਤੀ ਦੁਆਰਾ ਹੋ ਜਾਣ ਦੇ ਲਾਰਿਆਂ ਨਾਲ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਪਾਠ ਨਾਲ ਜੋੜੀ ਜਾ ਰਹੇ ਹਨ। ਇਹੀ ਹਨ ਸਿੱਖੀ ਦੇ ਅਸਲੀ ਅਤੇ ਖਤਰਨਾਕ ਦੁਸ਼ਮਣ। ਇਹਨਾਂ ਨੂੰ ਮਹਾਂਪੁਰਖ ਕਹਿ ਕੇ ਗੁਰੂ ਘਰਾਂ ਵਿੱਚ ਵਾੜ ਕੇ ਇਹਨਾਂ ਦਾ ਭਾਸ਼ਣ ਸੁਣਨਾ ਸਿੱਖੀ ਦੀ ਪਿੱਠ ਵਿੱਚ ਤੋਪ ਦਾਗਣ ਤੁੱਲ ਹੈ। ਭਾਗ 12ਵਾਂ ਨਿੰਦਿਆ। ਇੱਕ ਬੜਾ ਵਿਦਵਾਨ ਵਿਅਕਤੀ ਕੁਝ ਮਨੁੱਖਾਂ ਨੂੰ ਕਿਸੇ ਦੂਜੇ ਦੀ ਕੋਈ ਕਮਜ਼ੋਰੀ ਦੱਸ ਰਿਹਾ ਸੀ ਤਾਂ ਸਰੋਤਿਆਂ ਵਿੱਚੋਂ ਇੱਕ ਨੇ ਉਸ ਨੂੰ ਟੋਕਦਿਆਂ ਹੋਇਆਂ ਕਿਹਾ, ਸਰਦਾਰ ਸਾਹਿਬ, ਕਿਸੇ ਦੀ ਨਿੰਦਿਆ ਕਰਨੀ ਬੜਾ ਪਾਪ ਹੈ ਅਤੇ ਗੁਰਬਾਣੀ ਦੀ ਤੁਕ ਪੜ੍ਹ ਕੇ ਸੁਣਾਈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਪੰਨਾ 755। ਗੁਰਬਾਣੀ ਸਿਧਾਂਤ ਤੋਂ ਅਣਜਾਣ ਹੋਣ ਕਾਰਨ ਗੁਰਬਾਣੀ ਦੀ ਤੁਕ ਦੇ
ਅੱਖਰੀ ਅਰਥ ਸਮਝ ਕੇ ਵਿਦਵਾਨ ਸੱਜਣ ਨੇ ਖਿਮਾ ਮੰਗ ਲਈ। ਚੁੱਪ ਜਿਹੀ ਵਰਤ ਗਈ ਅਤੇ ਪ੍ਰਭਾਵ ਇਹ ਪੈ ਰਿਹਾ ਸੀ ਕਿ ਇੱਕ ਅਖੰਡ ਪਾਠੀ ਭਾਈ ਜੀ ਨੇ ਇੱਕ 16 ਜਮਾਤਾਂ ਪੜ੍ਹੇ ਹੋਏ ਕਾਲਜ ਦੇ ਪ੍ਰੋਫੈਸਰ ਨੂੰ ਗਿਆਨ ਦਾ ਉਪਦੇਸ਼ ਦੇ ਕੇ ਸ਼ਰਮਸ਼ਾਰ ਕਰ ਦਿੱਤਾ। ਅਜਿਹਾ ਕੁਝ ਕਈ ਥਾਈਂ ਵਾਪਰਦਾ ਹੈ। ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਕਿਸੇ ਚੋਰ ਨੂੰ ਚੋਰ ਕਹਿਣਾ, ਕਿਸੇ ਕਾਤਲ, ਡਾਕੂ ਅਤੇ ਜ਼ਾਲਮ ਦੇ ਵਿਰੁੱਧ ਜ਼ਬਾਨ ਖੋਲ੍ਹਣਾ ਨਿੰਦਿਆ ਕਰਨਾ ਹੋ ਗਿਆ? ਜਦੋਂ ਵੀ ਅਸੀਂ ਹਰਮੀਨੀਊਟਿਕਸ ਵਿਦਵਾਨਾਂ ਦੇ ਕਥਨ ਨੂੰ ਭੁੱਲ ਕੇ ਕਿਸੇ ਇੱਕ ਤੁਕ ਦੀ ਚੋਣ ਕਰਕੇ ਉਸ ਦੇ ਆਖਰੀ ਅਰਥ ਗੁਰਬਾਣੀ ਦੇ ਸਮੁੱਚੇ ਆਸ਼ੇ ਦੇ ਅਨੁਕੂਲ ਨਹੀਂ ਸਮਝਦੇ, ਅਸੀਂ ਘੋਰ ਭੁੱਲ ਕਰੀ ਜਾਵਾਂਗੇ। ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਨਿੱਜੀ ਸਵਾਰਥ ਨੂੰ ਮੁੱਖ ਰੱਖ ਕੇ ਗੁਰਬਾਣੀ ਵਿੱਚੋਂ ਕੋਈ ਤੁਕ ਅਥਵਾ ਸ਼ਬਦ ਚੁਣ ਕੇ ਆਪਣੇ ਮਤਲਬ ਦੇ ਅਰਥ ਸੁਣਾ ਕੇ ਗੁਰਮਤਿ ਸਿਧਾਂਤ ਨੂੰ ਵਿਗਾੜ ਕੇ ਗੁਰਬਾਣੀ ਦਾ ਨਿਰਾਦਰ ਕਰਨ ਦਾ ਪਾਪ ਕਰਨ ਤੋਂ ਜ਼ਰਾ ਨਹੀਂ ਸੰਗਦੇ। ਪੁਸਤਕ ਦੇ ਪਹਿਲੇ ਭਾਗ ਦੇ 5ਵੇਂ ਕਾਂਡ ਵਿੱਚ ਅਸੀਂ ਜਿੰਨੇ ਵੀ ਗੁਰਬਾਣੀ ਸ਼ਬਦ ਵਿਚਾਰੇ ਹਨ, ਉਹਨਾਂ ਵਿੱਚ ਵੇਦਬਾਣੀ ਵਿਚਲੇ ਔਗਣਾਂ ਤੋਂ ਮਨੁੱਖ ਨੂੰ ਸੁਚੇਤ ਕੀਤਾ ਹੋਇਆ ਹੈ। ਫਿਰ ਕੀ ਸਮਝੀਏ ਕਿ ਸਤਿਗੁਰਾਂ ਨੇ ਵੇਦਾਂ ਦੀ ਨਿੰਦਿਆ ਕੀਤੀ ਹੈ? ਇਸੇ ਪ੍ਰਕਾਰ ਜਿਉਂ ਪਾਣੀ ਕਾਗਦ ਬਿਨਸ ਜਾਤ ਹੈ, ਤਿਉਂ ਮਨਮੁਖ ਗਰਭ ਗਲਾਡੇ। ਪੰਨਾ 171। ਮਨਮੁਖ ਪੱਥਰ ਸੈਲ ਹੈ, ਧ੍ਰਿਗ ਜੀਵਨ ਫੀਕਾ। ਪੰਨਾ 419। ਨਾਮ ਬਿਨਾ ਨਕਟੇ ਨਰ ਦੇਖੋ, ਤਿੰਨ ਘਸ ਘਸ ਨਾਕ ਵਢੀਜੈ। ਪੰਨਾ 1325। ਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੇ ਸਗਲ ਵਿਪਰੀਤ। ਪੰਨਾ 195। ਇਹਨਾਂ ਤੁਕਾਂ ਵਿੱਚ ਵੀ ਮਨਮੁਖ, ਨਾਮ ਵੀ ਹੁਣੇ ਅਤੇ ਸਾਕਤ ਨੂੰ ਮੰਦਾ ਦਰਸਾਇਆ ਹੈ ਅਤੇ ਇਸੇ ਤਰ੍ਹਾਂ ਦੇ ਹੋਰ ਬੇਅੰਤ ਸ਼ਬਦ ਹਨ ਜਿਨ੍ਹਾਂ ਰਾਹੀਂ ਮੰਦ ਕਰਮੀਆਂ ਦੇ ਲੱਛਣ ਦੱਸੇ ਹੋਏ ਹਨ। ਓਏ ਹਰ ਕੇ ਸੰਤ ਨਾ ਆਖੀਐ, ਬਨਾਰਸ ਕੇ ਠੱਗ। ਪੰਨਾ 476। ਕਿ ਅਜਿਹੇ ਅਰਥਾਂ ਵਾਲੀ ਗੁਰਬਾਣੀ ਨਿੰਦਿਆ ਹੋਈ? ਜੇ ਕਿਸੇ ਮਾੜੇ ਮਨੁੱਖ ਦੀ ਕੋਈ ਮਾੜੀ ਗੱਲ ਬਾਰੇ ਕੁਝ ਕਹਿਣਾ ਨਿੰਦਿਆ ਹੁੰਦੀ ਤਾਂ ਗੁਰਬਾਣੀ ਵਿੱਚ ਕਿਸੇ ਦੇ ਵੀ ਔਗਣ ਨਾ ਦਰਸਾਏ ਜਾਂਦੇ, ਅਤੇ ਫਿਰ ਜੇ ਕਿਸੇ ਅਪਰਾਧੀ ਦੇ ਅਪਰਾਧਾਂ ਦੀ ਸਾਖੀ ਭਰਨੀ ਗੁਰਮਤਿ ਅਨੁਸਾਰ ਨਿੰਦਿਆ ਮੰਨ ਲਈ ਜਾਂਦੀ ਤਾਂ ਜ਼ਿੰਦਗੀ ਵਿੱਚ ਅਮਨ ਚੈਨ ਦਾ ਵਾਸਾ ਅਸੰਭਵ ਹੋ ਜਾਂਦਾ, ਕਿਉਂਕਿ ਇਸ ਨਿਯਮ ਅਨੁਸਾਰ ਕਿਸੇ ਗੁਰਸਿੱਖ ਲਈ ਚੋਰ, ਡਾਕੂ, ਕਾਤਲ, ਠੱਗ ਆਦਿ ਦੇ ਅਪਰਾਧ ਬਾਰੇ ਅਦਾਲਤ ਵਿੱਚ ਸੱਚੀ ਗੱਲ ਕਹਿਣੀ ਵੀ ਨਿੰਦਿਆ ਕਰਨ ਦਾ ਪਾਪ ਬਣ ਜਾਣਾ ਸੀ। ਅਪਰਾਧੀ ਦਾ ਵਕੀਲ ਝੱਟ ਕਹਿ ਸਕਦਾ ਹੈ ਕਿ ਜਿਹੜਾ ਸਿੱਖ ਆਪਣੇ ਸਤਿਗੁਰਾਂ ਦੇ ਹੁਕਮ ਦੀ ਉਲੰਘਣਾ ਕਰਨ ਦਾ ਪਾਪ ਕਰਨੋਂ ਨਹੀਂ ਸੰਗਦਾ, ਉਸ ਦੀ ਕਹੀ ਗੱਲ ਦਾ ਯਕੀਨ ਕਿਵੇਂ ਹੋ ਸਕਦਾ ਹੈ। ਸੋ ਆਓ ਆਪਣੇ ਸਤਿਗੁਰਾਂ ਕੋਲੋਂ ਹੀ ਨਿੰਦਾ ਪਦ ਦੇ ਠੀਕ ਅਰਥ ਸਮਝੀਏ। ਪਾਰ ਬ੍ਰਹਮ ਪ੍ਰਭ ਭਏ ਕਿਰਪਾਲ, ਕਾਰਜ ਸਗਲ ਸਵਾਰੇ ਸਤਿਗੁਰ, ਜਪ ਜਪ ਸਾਧੂ ਭਏ ਨਿਹਾਲ। ਰਹਾਉ। ਅੰਗੀਕਾਰ ਕੀਆ ਪ੍ਰਭ ਆਪਣੇ, ਦੋਖੀ ਸਗਲੇ ਭਏ ਰਵਾਲ। ਕੰਠ ਲਾਏ ਰਾਖੇ ਜਨ ਆਪਣੇ, ਉਧਰ ਲਿਏ ਲਾਏ ਆਪਣੇ ਪਾਲ। ਸਹੀ ਸਲਾਮਤ ਮੇਲ ਘਰ ਆਏ, ਨਿੰਦਕ ਦੇ ਮੁਖ ਹੋਏ ਕਾਲ। ਕਹੋ ਨਾਨਕ ਮੇਰਾ ਸਤਿਗੁਰ ਪੂਰਾ, ਗੁਰ ਪ੍ਰਸਾਦ ਪ੍ਰਭ ਭਏ ਨਿਹਾਲ। ਪੰਨਾ 826। ਭਾਗ 13ਵਾਂ। ਨਿੰਦਿਆ ਪਦ ਦੇ ਗੁਰਮਤਿ ਅਨੁਸਾਰ ਅਰਥ। ਈਰਖਾ ਵਸ ਹੋ ਕੇ ਕਿਸੇ ਨੇਕ ਅਤੇ ਭਲੇ ਮਨੁੱਖ ਦੀ ਬਦਨਾਮੀ ਕਰਨੀ ਅਥਵਾ ਕਿਸੇ ਸੰਤ ਸੁਭਾਅ ਪ੍ਰਭੂ ਭਗਤ ਨੂੰ ਬਦਨਾਮ ਕਰਨ ਵਾਸਤੇ ਆਪਣੇ ਕੋਲੋਂ ਘੜ ਕੇ ਕੋਈ ਉਂਝ ਲਾਉਣ ਨੂੰ ਸਤਿਗੁਰਾਂ ਨੇ ਨਿੰਦਿਆ ਮੰਨਿਆ ਹੈ। ਭਾਵ ਕਿਸੇ ਅਨਿੰਦ ਨੂੰ ਨਿੰਦਣਾ ਪਾਪ ਹੈ। ਖੋਟ ਨਾ ਕੀਚਈ ਪ੍ਰਭ ਪਰਖਣ ਹਾਰਾ, ਕੂੜ ਕਪਟ ਕਮਾਉਂਦੜੇ ਜਨਮੈ ਸੰਸਾਰਾ। ਸੰਸਾਰ ਸਾਗਰ ਤਿੰਨੀ ਤਰਿਆ, ਜਿਨੀ ਏਕ ਧਿਆਇਆ। ਤਜ ਕਾਮ ਕ੍ਰੋਧ ਅਨਿੰਦ ਨਿੰਦਾ, ਪ੍ਰਭ ਸ਼ਰਣਾਈ ਆਇਆ। ਪੰਨਾ 461। ਅਰਥ। ਕਦੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਪਰਮਾਤਮਾ ਖਰੇ ਖੋਟੇ ਦੀ ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ। ਜਿਹੜੇ ਮਨੁੱਖ ਹੋਰਨਾਂ ਨੂੰ ਠੱਗਣ ਵਾਸਤੇ ਝੂਠ ਬੋਲਦੇ ਹਨ, ਉਹ ਸੰਸਾਰ ਵਿੱਚ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਇੱਕ ਪਰਮਾਤਮਾ ਦਾ ਸਿਮਰਨ ਕੀਤਾ ਹੈ, ਜਿਹੜੇ ਕਾਮ ਕ੍ਰੋਧ ਤਿਆਗ ਕੇ ਅਨਿੰਦ ਜੋ ਨਿੰਦਣਯੋਗ ਨਾ ਹੋਣ ਭਾਵ ਭਲਿਆਂ ਦੀ ਨਿੰਦਾ ਛੱਡ ਕੇ ਪ੍ਰਭੂ ਦੀ ਸ਼ਰਨ ਆ ਗਏ ਹਨ,
ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ। ਕਿਸੇ ਨੇਕ ਅਤੇ ਭਲੇ ਮਨੁੱਖ ਦੀ ਨਿੰਦਾ ਕਰਨੀ, ਭਾਵ ਕਿਸੇ ਨੇਕ ਬੰਦੇ ਤੇ ਕੋਈ ਉਂਝ ਲਾ ਕੇ ਉਸ ਨੂੰ ਬਦਨਾਮ ਕਰਨ ਦੇ ਐਬ ਨੂੰ ਸਤਿਗੁਰਾਂ ਝੂਠ, ਠੱਗੀ, ਧੋਖਾ, ਕਾਮ, ਕ੍ਰੋਧ ਆਦਿ ਵਰਗੇ ਭੈੜੇ ਐਬਾਂ ਦੇ ਤੁੱਲ ਸਮਝਿਆ ਹੈ। ਸਪਸ਼ਟ ਹੋ ਗਿਆ ਕਿ ਕਿਸੇ ਬੁਰੇ ਦੀ ਬੁਰਿਆਈ ਦੀ ਠੀਕ ਜਾਣਕਾਰੀ ਦੇਣੀ ਨਿੰਦਿਆ ਨਹੀਂ, ਸਗੋਂ ਕਿਸੇ ਨੇਕ ਨੂੰ ਝੂਠੀ ਉਂਝ ਲਾ ਕੇ ਬਦਨਾਮ ਕਰਨ ਨੂੰ ਨਿੰਦਿਆ ਕਿਹਾ ਹੈ। ਜਿਵੇਂ ਆਪ ਨਾ ਦੇਹ ਚੁਰੂ ਭਰ ਪਾਣੀ, ਤਿਹ ਨਿੰਦੈ ਜਿਹ ਗੰਗਾ ਆਨੀ, ਪੰਨਾ 332। ਇੱਥੇ ਵੀ ਸਤਿਗੁਰੂ ਗ੍ਰੰਥ ਸਾਹਿਬ ਜੀ ਨੇ ਈਰਖਾ ਗ੍ਰਸੇ ਉਸ ਮਨੁੱਖ ਦੀ ਮਾਨਸਿਕ ਗਿਰਾਵਟ ਵਾਲੀ ਦਸ਼ਾ ਦਾ ਵਰਣਨ ਕੀਤਾ ਹੈ, ਜਿਹੜਾ ਆਪ ਤਾਂ ਕਿਸੇ ਨੂੰ ਪੀਣ ਲਈ ਚੁਲੀ ਭਰ ਪਾਣੀ ਵੀ ਨਹੀਂ ਦੇ ਸਕਦਾ, ਪਰ ਨਿੰਦਿਆ ਉਹਨਾਂ ਦੀ ਕਰਦਾ ਹੈ ਜਿਨ੍ਹਾਂ ਨੇ ਛਬੀਲਾਂ ਲਾਈਆਂ ਗੰਗਾ ਆਨੀ ਹੁੰਦੀਆਂ ਹਨ। ਇਸੇ ਤਰ੍ਹਾਂ ਅਨਿੰਦ ਭਾਵ ਜੋ ਨਿੰਦਣਯੋਗ ਨਹੀਂ, ਗ੍ਰਸਤ ਦੇ ਤਿਆਗੀ ਨੂੰ ਵੀ ਸਤਿਗੁਰਾਂ ਨੇ ਪਸੰਦ ਨਹੀਂ ਕੀਤਾ ਅਤੇ ਉਸ ਦੇ ਮਨ ਦੀ ਅਸਲੀ ਹਾਲਤ ਨੂੰ ਦਰਸਾਉਂਦੇ ਹੋਏ ਫਰਮਾਨ ਕਰਦੇ ਹਨ। ਹੋਏ ਅਨੰਨ ਮਨ ਹਠ ਕੀ ਦ੍ਰਿੜਤਾ, ਆਪਸ ਕੋ ਜਾਨਾਤ, ਜੋ ਅਨਿੰਦ ਨਿੰਦ ਕਰ ਛੋੜਿਓ, ਸੋਈ ਫਿਰ ਖਾਤ, ਪੰਨਾ 496। ਅਰਥ, ਆਪਣੇ ਮਨ ਦੇ ਹੱਠ ਦੀ ਪਕਿਆਈ ਦੇ ਆਸਰੇ ਅਨਿੰਦ ਭਾਵ ਮਾਇਆ ਵਾਲਾ ਪਾਸਾ ਛੱਡ ਕੇ ਗ੍ਰਸਤ ਤਿਆਗ ਕੇ ਇਸ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਿਆਗੀ ਬਣਿਆ ਹੋਇਆ ਮਨੁੱਖ ਆਪਣੇ ਆਪ ਨੂੰ ਵੱਡਾ ਜਤਾਉਂਦਾ ਹੈ। ਇਹ ਗ੍ਰਸਤ ਨਿੰਦਣਯੋਗ ਨਹੀਂ ਸੀ, ਪਰ ਇਸ ਨੂੰ ਨਿੰਦਣਯੋਗ ਮਿੱਥ ਕੇ ਇਸ ਨੂੰ ਛੱਡ ਦਿੱਤਾ ਹੈ। ਪਰ ਛੱਡ ਕੇ ਵੀ ਮੁੜ ਗ੍ਰਸਤੀਆਂ ਕੋਲੋਂ ਲੈ ਕੇ ਖਾਂਦਾ ਹੈ। ਇਸ ਤੋਂ ਨਿੰਦਿਆ ਦਾ ਅਰਥ ਸਪਸ਼ਟ ਹੋ ਜਾਂਦਾ ਹੈ। ਕਿਸੇ ਅਨਿੰਦ ਦੀ ਨਿੰਦਿਆ ਕਰਨ ਨੂੰ ਸਤਿਗੁਰਾਂ ਨੇ ਨਿੰਦਿਆ ਕਰਨ ਦਾ ਦੋਸ਼ ਮੰਨਿਆ ਹੈ। ਕਿਸੇ ਭਲੇ ਪੁਰਸ਼ ਦੀ ਬਦਨਾਮੀ ਕਰਨ ਦਾ ਨਾਮ ਹੀ ਨਿੰਦਿਆ। ਅਜਿਹੇ ਨਿੰਦਕ ਹੀ ਆਪਣੇ ਸਿਰ ਤੇ ਕਿਸੇ ਬਦਨਾਮੀ ਕਰਨ ਦੇ ਪਾਪਾਂ ਦਾ ਭਾਰ ਚੁੱਕਦੇ ਹਨ। ਅਸੰਖ ਨਿੰਦਕ ਸਿਰ ਕਰੇ ਭਾਰ, ਜਪਜੀ। ਅਤੇ ਨਿੰਦਾ ਕਰ ਬਹੁ ਭਾਰ ਉਠਾਵੈ, ਬਿਨ ਮਜੂਰੀ ਭਾਰ ਪਹੁੰਚਾਵਣਿਆ, ਪੰਨਾ 118। ਇਸੇ ਹੀ ਨਿੰਦਾ ਬਾਰੇ ਸਤਿਗੁਰਾਂ ਦਾ ਫਰਮਾਨ ਹੈ। ਮੂੰਹ ਕਾਲੇ ਤਿਲ ਨਿੰਦਕਾਂ, ਨਰਕੇ ਘੋਰ ਭਵਨ, ਪੰਨਾ 755। ਫਿਰ ਸਪਸ਼ਟ ਕਰਕੇ ਨਿੰਦਕ ਦੀ ਨਿਸ਼ਾਨੀ ਫਰਮਾਨ ਕੀਤੀ ਹੈ। ਨਿੰਦਕ ਐਸੇ ਹੀ ਝਰ ਭਰੀਐ, ਇਹ ਨਿਸ਼ਾਨੀ ਸੁਨੋ ਤੁਮ ਭਾਈ, ਜਿਉ ਕਾਲਰ ਭੀਤ ਗਿਰੀਐ ਰਹਾਓ, ਜੋ ਦੇਖੇ ਛਿਦਰ ਤੋ ਨਿੰਦਕ ਉਹ ਮਾਹੈ, ਭਲੋ ਦੇਖ ਦੁਖ ਭਰੀਐ, ਆਠ ਪਹਿਰ ਚਿਤਵੇ ਨਹੀਂ ਪਹੁੰਚੇ, ਬੁਰਾ ਚਿਤਵਤ ਮਰੀਏ। ਨਿੰਦਕ ਪ੍ਰਭੂ ਭੁਲਾਇਆ, ਕਾਲ ਨੇਰੇ ਆਇਆ, ਹਰ ਜਨ ਸਿਉ ਬਾਦ ਉਠਰੀਏ, ਨਾਨਕ ਕਾ ਰਾਖਾ ਆ ਪ੍ਰਭ ਸੁਆਮੀ, ਕਿਆ ਮਾਨਸ ਬਪੁਰੇ ਕਰੀਏ, ਪੰਨਾ 823। ਅਰਥ, ਹੇ ਭਾਈ ਸੁਣ, ਜਿਵੇਂ ਕੱਲਰ ਦੀ ਕੰਧ ਕਿਰ ਕੇ ਡਿੱਗ ਪੈਂਦੀ ਹੈ, ਇਹੀ ਨਿਸ਼ਾਨੀ ਨਿੰਦਕ ਦੇ ਜੀਵਨ ਦੀ ਹੈ। ਨਿੰਦਕ ਵੀ ਇਸੇ ਤਰ੍ਹਾਂ ਆਤਮਿਕ ਉਜਤਾ ਤੋਂ ਡਿੱਗ ਪੈਂਦਾ ਹੈ। ਨਿੰਦਿਆ ਉਸ ਦੇ ਆਤਮਿਕ ਜੀਵਨ ਨੂੰ ਮਾਣੋ ਕੱਲਰ ਲੱਗਾ ਹੋਇਆ ਹੈ। ਰਹਾਓ, ਹੇ ਭਾਈ, ਜਦੋਂ ਕੋਈ ਨਿੰਦਕ ਕਿਸੇ ਮਨੁੱਖ ਦਾ ਕੋਈ ਨੁਕਸ ਵੇਖਦਾ ਹੈ ਤਦੋਂ ਖੁਸ਼ ਹੁੰਦਾ ਹੈ, ਪਰ ਕਿਸੇ ਦੇ ਗੁਣ ਵੇਖ ਕੇ ਨਿੰਦਕ ਦੁਖੀ ਹੁੰਦਾ ਹੈ। ਅੱਠੇ ਪਹਿਰ ਹਰ ਵੇਲੇ ਨਿੰਦਕ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ। ਬੁਰਾਈ ਕਰ ਸਕਣ ਤੱਕ ਅੱਪੜ ਤਾਂ ਸਕਦਾ ਨਹੀਂ, ਬੁਰਾਈ ਦੀ ਵਿਉਂਤ ਸੋਚਦਿਆਂ ਹੀ ਆਤਮਿਕ ਮੌਤੇ ਮਰ ਜਾਂਦਾ ਹੈ। ਨਿੰਦਕ ਨੂੰ ਜਿਉਂ-ਜਿਉਂ ਪ੍ਰਭੂ ਨਿੰਦਾ ਵਾਲੇ ਕੁਰਾਹੇ ਪਾਉਂਦਾ ਹੈ, ਤਿਉਂ-ਤਿਉਂ ਨਿੰਦਕ ਦੀ ਮੁਕੰਮਲ ਆਤਮਿਕ ਮੌਤ ਨੇੜੇ ਆਉਂਦੀ ਜਾਂਦੀ ਹੈ। ਉਹ ਨਿੰਦਕ ਭਲੇ ਪੁਰਸ਼ਾਂ ਨਾਲ ਵੈਰ ਚੁੱਕੀ ਰੱਖਦਾ ਹੈ। ਪਰ ਹੇ ਨਾਨਕ, ਸੰਤ ਜਨਾਂ ਦਾ ਰਾਖਾ ਪ੍ਰਭੂ ਆਪ ਹੈ। ਵਿਚਾਰੇ ਜੀਵ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ। ਮਹਾਨ ਕੋਸ਼ ਦੇ 707 ਸਫ਼ੇ 'ਤੇ ਨਿੰਦਿਆ ਦਾ ਅਰਥ ਦੋਸ਼ ਲਾਉਣਾ, ਬਦਨਾਮੀ ਕਰਨੀ, ਗੁਣਾਂ ਵਿੱਚ ਦੋਸ਼ ਲੱਭਣੇ ਲਿਖਿਆ ਹੈ। ਇਹਨਾਂ ਅਰਥਾਂ ਨੂੰ ਮੁੱਖ ਰੱਖ ਕੇ ਵਿਚਾਰੀਏ ਤਾਂ ਈਰਖਾ ਅਤੇ ਸਾੜੇ ਦੀ ਭਾਵਨਾ ਅਧੀਨ ਕਿਸੇ ਨੇਕ ਅਤੇ ਭਲੇ ਪੁਰਸ਼ ਨੂੰ ਬਦਨਾਮ ਕਰਨਾ ਨਿੰਦਿਆ ਮੰਨਿਆ ਗਿਆ ਹੈ। ਸਿੱਧ ਹੋਇਆ ਕਿ ਕਿਸੇ ਭਲੇ ਪੁਰਸ਼ ਦੀ ਬਦਨਾਮੀ ਕਰਨੀ ਹੀ ਨਿੰਦਿਆ ਕਹੀ ਜਾਂਦੀ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਲੇਖਕ
ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਛੇਵੇਂ ਕਾਂਡ ਦਾ 11ਵਾਂ ਭਾਗ, 12ਵਾਂ ਭਾਗ ਅਤੇ 13ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।